ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਵਰੁਣ ਕੌਰ ਮਾਨ। मैं हाँ संजीव यश खन्ना थोड़ा सारिਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸ਼ੁਰੂਆਤ ਕਰਦੇ ਹਾਂ ਟਰੈਵਲਿੰਗ ਤੋਂ, ਕਿਉਂਕਿ ਓਮਿਕਰੋਨ ਵੇਰੀਐਂਟ ਦੇ ਦਸਤਕ ਤੋਂ ਬਾਅਦ ਕਈ ਦੇਸ਼ਾਂ ਨੇ ਪਾਬੰਦੀਆਂ ਵਧਾਈਆਂ ਨੇ। ਉਹਨਾਂ ਦੇ ਵਿੱਚ ਆਸਟ੍ਰੇਲੀਆ ਵੀ ਸ਼ਾਮਲ ਹੋ ਗਿਆ। ਉਸਨੇ ਵੀ ਆਪਣੇ ਜਿਹੜੀਆਂ ਸਰਹੱਦਾਂ ਨੇ ਉਹਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਚੁੱਕ ਦਿੱਤੇ ਨੇ ਤੇ ਨਾਲ ਦੇ ਨਾਲ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਬਹੁਤਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪਰ ਸਾਵਧਾਨ ਰਹਿਣ ਦੀ ਲੋੜ ਹੈ। ਸੋ ਜਿਹੜੀਆਂ ਯਾਤਰਾ ਪਾਬੰਦੀਆਂ ਨੇ ਉਹਦੇ ਨਿਯਮ ਵੀ ਜੋ ਬਾਈਡਨ ਨੇ ਦੁਬਾਰਾ ਤੋਂ ਲਾਗੂ ਕਰ ਦਿੱਤੇ ਨੇ ਕਿ ਜਾਣ ਤੋਂ ਪਹਿਲਾਂ ਵੀ ਟੈਸਟ ਹੋਣਾ ਹੈ, ਆਉਣ ਤੋਂ ਬਾਅਦ ਵੀ ਟੈਸਟ ਹੋਣਾ ਹੈ। ਸਾਰੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਿਲ ਕਰ ਦਿੱਤੀਆਂ ਗਈਆਂ ਨੇ। ਬਿਲਕੁਲ ਜੀ, ਔਰ ਇਹ ਬਹੁਤ ਵਧੀਆ ਗੱਲ ਕਹੀ ਉਹਨਾਂ ਨੇ, ਕਿਉਂਕਿ 79 ਇਅਰਸ 올ਡ ਨੇ, ਬਜ਼ੁਰਗ ਨੇ, ਤਾਂ ਹਮੇਸ਼ਾ ਗੱਲ ਜੋ ਕਰਨਗੇ ਉਹ ਸਾਨੂੰ ਸਾਰਿਆਂ ਨੂੰ ਇੱਕ ਮਤ ਦੇਣ ਵਾਸਤੇ, ਸਾਨੂੰ ਸਾਰਿਆਂ ਨੂੰ ਇੱਕ ਸਲਾਹ ਦੇਣ ਵਾਸਤੇ ਦੇਣਗੇ ਕਿ ਅਕਲ ਦੀ ਗੱਲ ਤੇ ਹੀ ਹੈ ਸਾਡੇ ਸਾਰਿਆਂ ਵਾਸਤੇ ਕਿ ਅਸੀਂ ਘਬਰਾਈਏ ਨਾ, ਕਿਉਂਕਿ ਘਬਰਾਹਟ ਨਾਲ ਨਾ ਇਹ ਮੁਸੀਬਤ ਜਿਹੜੀ ਹੈ ਦੁੱਗਣੀ ਹੋ ਜਾਂਦੀ ਹੈ। ਇੱਕ ਤਾਂ ਮੁਸੀਬਤ ਹੈ ਹੀ, ਇੱਕ ਘਬਰਾਉਣ ਨਾਲ ਹੋਰ ਜ਼ਿਆਦਾ ਅਸੀਂ ਕਮਲ ਪਾ ਕੇ ਰੱਖ ਦਿੰਦੇ ਹਾਂ। ਸੋ ਬਹੁਤ ਵਧੀਆ ਗੱਲ ਉਹਨਾਂ ਨੇ ਸਮਝਾਈ ਹੈ ਸਾਨੂੰ। ਬਾਕੀ ਰਿਹਾ ਕਿ ਓਮਿਕਰੋਨ ਜੋ ਵੇਰੀਐਂਟ ਆਇਆ ਹੈ, ਇਹਦੇ ਬਾਰੇ ਤੇ ਮਤਲਬ ਹਜੇ ਤਾਂ ਸਿਰਫ ਅੰਦਾਜ਼ੇ ਲਗਾਏ ਜਾ ਸਕਦੇ ਨੇ ਕਿ ਕਿੰਨਾ ਪਾਵਰਫੁਲ ਹੋ ਸਕਦਾ ਹੈ, ਕਰੋਨਾ ਤੋਂ ਕਿੰਨਾ ਡਿਫਰੈਂਟ ਹੋ ਸਕਦਾ ਹੈ, ਕਰੋਨਾ ਵਾਲੀ ਵੈਕਸੀਨ ਕਿੰਨੇ ਕੰਮ ਆ ਸਕਦੀ ਹੈ। ਔਰ ਇੰਸਟਰਕਸ਼ਨਸ ਉਹੀ ਨੇ ਜਿਹੜੀਆਂ ਕਰੋਨਾ ਵਾਸਤੇ ਲਾਈਆਂ ਗਈਆਂ ਨੇ, ਉਹ ਵੀ ਮਾਸਕ ਪਾ ਕੇ ਰੱਖਣਾ ਹੈ, ਸੈਨੀਟਾਈਜੇਸ਼ਨ ਦਾ ਧਿਆਨ ਰੱਖਣਾ ਹੈ, ਸੈਨੀਟਾਈਜ਼ਰ ਰੱਖਣਾ ਹੈ, ਔਰ ਉਸ ਤੋਂ ਇਲਾਵਾ ਡਿਸਟੈਂਸ ਰੱਖਣਾ ਹੈ। ਸੋ ਇਹ ਸਭ ਚੀਜ਼ਾਂ ਤਾਂ ਉਹੀ ਨੇ, ਸਿੰਪਲ। ਤੇ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਹੈ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ। ਉੱਥੇ ਕੀ ਹੋ ਰਿਹਾ, ਪਹਿਲਾਂ ਜਦੋਂ ਕੋਈ ਵੀ ਬਾਹਰਲੇ ਦੇਸ਼ਾਂ ਤੋਂ ਲੋਕ ਆਉਂਦੇ ਸੀ ਇੰਡੀਆ ਦੇ ਵਿੱਚ ਟਰੈਵਲ ਕਰਕੇ ਫਲਾਈਟ ਦੇ ਜ਼ਰੀਏ, ਤਾਂ ਉਹਨਾਂ ਦਾ ਕਰੋਨਾ ਟੈਸਟ, ਰੈਪਿਡ ਕਰੋਨਾ ਟੈਸਟ ਕੀਤਾ ਜਾਂਦਾ ਸੀ। ਉਹ ਹੁੰਦਾ ਸੀ 400 ਰੁਪਏ ਦੇ ਵਿੱਚ। ਹੁਣ ਇਸ ਓਮਿਕਰੋਨ ਵੇਰੀਐਂਟ ਤੋਂ ਬਾਅਦ ਆਹ ਵਾਲਾ ਜਿਹੜਾ ਕਰੋਨਾ ਟੈਸਟ ਹੈ ਇਹਦੇ 2700 ਰੁਪਏ ਕਰ ਦਿੱਤੇ ਗਏ ਆ ਰੈਪਿਡ ਟੈਸਟ ਦੇ। ਜਿਹੜਾ ਤੁਹਾਡਾ ਚਾਹੇ ਕਰੋਨਾ ਦਾ ਟੀਕਾ ਲੱਗਾ ਹੋਵੇ, ਚਾਹੇ ਰਿਪੋਰਟ ਨੈਗੇਟਿਵ ਹੋਵੇ, ਉਹ ਟੈਸਟ ਤੁਹਾਨੂੰ ਕਰਾਉਣਾ ਹੀ ਪੈਂਦਾ ਹੁੰਦਾ। ਸੋ ਕੁਝ ਪ੍ਰਾਈਵੇਟ ਲੈਬੋਰੇਟਰੀਜ਼ ਜਿਹੜੀਆਂ ਨੇ ਉਹ ਆਮ ਜਨਤਾ ਨੂੰ ਪਰੇਸ਼ਾਨ ਕਰ ਰਹੀਆਂ ਨੇ। ਬਿਲਕੁਲ ਕਰਨਗੀਆਂ, ਕਿਉਂਕਿ ਉਹਨਾਂ ਨੇ ਇਸ ਦਾ ਬਿਜ਼ਨਸ ਬਣਾਉਣਾ ਹੈ ਔਰ ਇਹ ਬੜੀ ਸ਼ਰਮ ਦੀ ਗੱਲ ਹੈ, ਕਿਉਂਕਿ ਲੋਕਾਂ ਦੀ ਜਾਨ ਤੇ ਬਣੀ ਹੋਈ ਹੈ, ਤੁਹਾਨੂੰ ਪੈਸਾ ਕਮਾਉਣ ਦਾ ਮੌਕਾ ਮਿਲਿਆ ਹੋਇਆ ਹੈ। ਮੈਨੂੰ ਕਈ ਵਾਰ ਇਹ ਲੱਗਦਾ ਕਿ ਜਦੋਂ ਨਾ ਕੋਈ ਮੁਸੀਬਤ ਆਉਂਦੀ ਹੈ ਤਾਂ ਇਹ ਜਿਹੜੀਆਂ ਕੰਪਨੀਆਂ ਇਹ ਦੇਖਦੀਆਂ ਨੇ ਕਿ ਸਾਡਾ ਫਾਇਦਾ ਕਿਵੇਂ ਹੋ ਸਕਦਾ ਹੈ, ਲੋਕਾਂ ਨੂੰ ਬਲੈਕਮੇਲ ਕਿੱਦਾਂ ਕਰ ਸਕਦੇ ਹੈ, ਕਿਉਂਕਿ ਇਮੋਸ਼ਨਲ ਬਲੈਕਮੇਲ ਹੈ। ਹਰੇਕ ਬੰਦੇ ਨੂੰ ਡਰ ਹੈ ਕਿਤੇ ਮੈਨੂੰ ਮੁਸੀਬਤ ਨਾ ਹੋ ਜਾਏ, ਕਿਤੇ ਮੈਨੂੰ ਕਰੋਨਾ ਦਾ ਇਹ ਜਿਹੜਾ ਵੇਰੀਐਂਟ ਹੈ ਉਹ ਮੇਰੇ ਤੇ ਅਟੈਕ ਨਾ ਕਰ ਦੇਵੇ। ਇਸ ਕਰਕੇ ਉਹ 2700 ਕੀ ਤੁਸੀਂ ਕਹਿ ਦਿਓ 5000 ਲੈਣਾ, 5000 ਵੀ ਦੇਗਾ, ਕਿਉਂਕਿ ਜਾਨ ਤੋਂ ਉੱਤੇ ਕੁਝ ਵੀ ਨਹੀਂ ਹੈ। ਬਟ ਇਨਸਾਨੀਅਤ ਦੇ ਨਾਤੇ ਤੁਸੀਂ ਕਰਦੇ ਕੀ ਪਏ ਹੋ? ਇਨਸਾਨੀਅਤ ਦੇ ਨਾਤੇ ਤੁਹਾਨੂੰ ਇਹਨਾਂ ਦਾ ਖਿਆਲ ਹੋਣਾ ਚਾਹੀਦਾ ਹੈ ਨਾ ਕਿ ਕੋਈ ਬੰਦਾ ਇੰਨਾ ਨਹੀਂ ਵੀ ਦੇ ਸਕਦਾ। ਤੁਸੀਂ ਕਹਿੰਦੇ ਹੋ ਕਿ ਜਿਹੜਾ ਬੰਦਾ ਐਰੋਪਲੇਨ ਤੇ ਆਏਗਾ 2700 ਦੇ ਸਕਦਾ, ਕੋਈ ਵੱਡੀ ਅਮਾਊਂਟ ਨਹੀਂ ਹੈ ਉਹਦੇ ਵਾਸਤੇ, ਓਕੇ ਮੰਨ ਲਿਆ, ਲੇਕਿਨ ਕੋਈ ਇਨਸਾਨੀਅਤ ਵੀ ਚੀਜ਼ ਹੈ। ਔਰ ਦੂਸਰੀ ਗੱਲ ਇਹ ਰਹੀ ਕਿ ਜਿਹੜੀਆਂ ਉਹਨਾਂ ਨੂੰ ਇੰਨੀਆਂ ਵੇਟ ਕਰਨੀਆਂ ਪੈਣਗੀਆਂ, 6 ਆਵਰਸ ਦੇ ਕਰੀਬ ਉਹਨਾਂ ਨੂੰ ਵੇਟ ਕਰਨਾ ਪਏਗਾ ਉੱਥੇ, ਕਿਉਂਕਿ ਟੈਸਟ ਚੱਲਣੇ ਨੇ, ਉਹ ਵੀ ਉਹਨਾਂ ਨੂੰ ਪਰੇਸ਼ਾਨੀ ਤਾਂ ਹੈ ਹੀ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜੀ ਇਹ ਸਾਡੀ ਗਵਰਨਮੈਂਟ ਦੀਆਂ ਏਜੰਸੀਜ਼ ਨੇ ਉਹਨਾਂ ਨੂੰ ਦਖਲ ਅੰਦਾਜ਼ੀ ਜ਼ਰੂਰ ਕਰਨੀ ਚਾਹੀਦੀ ਹੈ ਇਸ ਦੇ ਵਿੱਚ ਕਿ ਆਮ ਪਬਲਿਕ ਨੂੰ ਤੁਸੀਂ ਕਿਉਂ ਪਰੇਸ਼ਾਨ ਕਰ ਰਹੇ ਹੋ, ਇੰਨੇ ਜ਼ਿਆਦਾ ਰੇਟਸ ਕਿਉਂ ਰੱਖੇ ਹੋਏ ਨੇ। ਤੇ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਪੰਜਾਬ ਦੀ ਸਿਆਸਤ 'ਚੋਂ ਹੈ ਸਿੱਧੂ ਮੂਸੇਵਾਲਾ ਜਿਹੜੇ ਨੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ, ਮਤਲਬ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਇਹਨਾਂ ਸਾਰਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਸਿੱਧੂ ਮੂਸੇਵਾਲਾ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਹੈ। ਠੀਕ ਹੈ ਜੀ, ਵੈਲਕਮ, ਉਹਨਾਂ ਦਾ ਆਪਣਾ ਇੱਕ ਫੈਸਲਾ ਹੈ। ਹੁਣ ਸਿੱਧੂ ਮੂਸੇਵਾਲਾ ਕੀ ਕੁਝ ਕਰਕੇ ਦਿਖਾਉਂਦੇ ਨੇ, ਗੱਲ ਤਾਂ ਇੱਥੇ ਹੁੰਦੀ ਹੈ ਨਾ। ਆਪਾਂ ਕਈ ਵਾਰ ਪਹਿਲਾਂ ਵੀ ਡਿਸਕਸ ਕਰਦੇ ਹਾਂ ਕਿ ਕਿਸੇ ਵੀ ਸੈਲੀਬ੍ਰਿਟੀ ਨੂੰ ਅਸੀਂ ਲੈ ਲੈਂਦੇ ਕਿਉਂਕਿ ਉਹਦੀ ਫੇਸ ਵੈਲਿਊ ਹੈ, ਉਹਦੀ ਫੈਨ ਫੋਲੋਇੰਗ ਹੈਗੀ ਹੈ ਨਾ। ਅੱਜ ਕੱਲ੍ਹ ਸੋਸ਼ਲ ਮੀਡੀਆ ਹੈ ਤਾਂ ਫੈਨ ਫੋਲੋਇੰਗ ਜ਼ਰੂਰ ਹੋਏਗੀ, ਪਰ ਰਾਜਨੀਤੀ ਹੈ, ਉਹਨਾਂ ਦਾ ਫੀਲਡ ਹੈ ਸਿੰਗਿੰਗ ਦਾ। ਜਿਸ ਤਰ੍ਹਾਂ ਸਿੱਧੂ ਸਾਹਿਬ ਸੀਗਾ ਕ੍ਰਿਕਟ ਦਾ, ਹੁਣ ਕ੍ਰਿਕਟ ਤੋਂ ਬਾਅਦ ਜਦੋਂ ਰਾਜਨੀਤੀ 'ਚ ਆਏ ਤਾਂ ਆਪਾਂ ਦੇਖਦੇ ਹਾਂ ਕਿ ਬਹੁਤ ਵਧੀਆ ਕੋਈ ਕਾਰਗੁਜ਼ਾਰੀ ਨਹੀਂ ਹੈ, ਬਿਆਨ ਤੇ ਬਿਆਨ ਨੇ, ਗੱਲਾਂ ਤੇ ਗੱਲਾਂ ਨੇ। ਹੁਣ ਸਿੱਧੂ ਮੂਸੇਵਾਲਾ ਕੀ ਕਰਨਗੇ ਆਪਾਂ ਕੁਝ ਕਹਿ ਨਹੀਂ ਸਕਦੇ। ਠੀਕ ਹੈ, ਇੱਕ ਨੋਨ ਫੇਸ ਹੈ, ਉਹ ਆਏ ਨੇ, ਉਹਨਾਂ ਦੇ ਪਿੱਛੇ ਫੈਨ ਫੋਲੋਇੰਗ ਵੀ ਹੈ ਔਰ ਉਹ ਇਲੈਕਸ਼ਨ ਵੀ ਜਿੱਤ ਸਕਦੇ ਨੇ। ਇਸ ਤੋਂ ਪਹਿਲਾਂ ਵੀ ਆਪਾਂ ਕਈ ਵਾਰ ਦੇਖਿਆ ਹੈ ਕਿ ਕਈ ਫਿਲਮ ਇੰਡਸਟਰੀ ਦੇ ਲੋਕ ਵੀ ਆਏ ਨੇ, ਲੇਕਿਨ ਕਾਰਗੁਜ਼ਾਰੀ ਬਹੁਤ ਘੱਟ ਲੋਕਾਂ ਦੀ ਉਹ ਰਹੀ ਹੈ ਜਿਹੜੀ ਅਪ ਟੂ ਦਾ ਮਾਰਕ ਹੋਵੇ। ਬਾਕੀ ਤਾਂ ਫੇਸ ਵੈਲਿਊ ਹੈ, ਜਿਵੇਂ ਫਿਲਮ ਰਿਲੀਜ਼ ਕਰਨੀ ਹੈ, ਦੈਟਸ ਆਲ। ਤੇ ਹੱਲੇ ਇਹ ਨਹੀਂ ਫਾਈਨਲ ਹੋ ਸਕਿਆ ਕਿ ਉਹ ਚੋਣ ਕਿੱਥੋਂ ਲੜਨਗੇ। ਹੋ ਸਕਦਾ ਕਿ ਮਾਨਸਾ ਦੀ ਜਿਹੜੀ ਸੀਟ ਹੈ ਉਸ ਦੇ ਵਿੱਚ ਸਿੱਧੂ ਮੂਸੇਵਾਲਾ ਦਾਅਵੇਦਾਰ ਹੋਣਗੇ। ਇਹ ਜ਼ਰੂਰ ਹੈ ਕਿ ਕਾਫੀ ਜ਼ਿਆਦਾ ਨੌਜਵਾਨ ਪੀੜ੍ਹੀ ਉਹਨਾਂ ਨੂੰ ਫੋਲੋ ਕਰਦੀ ਹੈ। ਸੋ ਹੁਣ ਇੱਥੇ ਨੌਜਵਾਨ ਪੀੜ੍ਹੀ ਨੂੰ ਇਹ ਵੀ ਦੇਖਣਾ ਪਏਗਾ ਕਿ ਤੁਸੀਂ ਇੱਕ ਗਾਇਕ ਨੂੰ ਫੋਲੋ ਕਰੋਗੇ ਜਾਂ ਦੇਸ਼ ਦੇ ਭਵਿੱਖ ਨੂੰ ਫੋਲੋ ਕਰੋਗੇ। ਦੂਸਰਾ, ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਲੋਕ ਜੁੜੇ ਹੋਏ ਆ ਉਹਨਾਂ ਨੇ ਕਿਹਾ ਸੀ ਅਸੀਂ ਸਾਰੀਆਂ ਪਾਰਟੀਆਂ ਦਾ ਬਹਿਸ਼ਕਾਰ ਕਰਾਂਗੇ। ਸੋ ਤੁਸੀਂ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ ਅਤੇ ਤੁਸੀਂ ਜਿਹੜੇ ਉਹਨਾਂ ਨੂੰ ਫੋਲੋ ਕਰ ਰਹੇ ਹੋ ਉਹ ਹੁਣ ਕਿਸਾਨ ਜਿਹੜੇ ਲੀਡਰ ਹੈ ਉਹਨਾਂ ਦੀ ਗੱਲ ਮੰਨਦੇ ਹੋ ਕਿ ਸਿੱਧੂ ਮੂਸੇਵਾਲਾ ਹੋਣਾ ਦੀ ਮੰਨਦੇ ਹੋ? ਇਹ ਵੀ ਦੇਖਣਾ ਬਣੇਗਾ। ਬਿਲਕੁਲ ਦੇਖਣਾ ਬਣੇਗਾ, ਕਿਉਂਕਿ
ਸਭ ਨੇ ਆਪਣਾ ਆਪਣਾ ਫਾਇਦਾ ਦੇਖਣਾ ਹੈ ਕਿ ਮੇਰਾ ਪਲੜਾ ਕਿੱਥੇ ਭਾਰੀ ਪੈਂਦਾ ਹੈ, ਮੇਰਾ ਫਿਊਚਰ ਕਿੱਥੇ ਵਧੀਆ ਬਹਿੰਦਾ ਹੈ। ਸੋ ਇਹ ਸਭ ਚੀਜ਼ਾਂ, ਇਹ ਸਭ ਕੈਲਕੂਲੇਸ਼ਨਸ ਹੁੰਦੀਆਂ ਨੇ। ਬਾਕੀ ਰਿਹਾ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਉਹਨੇ ਬਹੁਤ ਲੋਕਾਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ, ਫੇਸ ਦਿੱਤਾ ਹੈ। ਸੋਨੀਆ ਮਾਨ ਦੀ ਵੀ ਗੱਲ ਹੋਈ ਸੀ, ਉਹਨੂੰ ਕਿਤੇ ਨਿਊਜ਼ ਵਿੱਚ ਨਹੀਂ ਹੈ ਕਿ ਕਿਸੇ ਪੋਲੀਟੀਕਲ ਪਾਰਟੀ ਜਾ ਰਹੇ ਨੇ ਕਿ ਨਹੀਂ ਜਾ ਰਹੇ। ਸੋ ਗੱਲ ਮੁੱਕਦੀ ਇਹ ਹੈ ਕਿ ਜੋ ਕੈਂਡੀਡੇਟ ਆਉਂਦਾ ਹੈ ਰਾਜਨੀਤੀ ਦੇ ਵਿੱਚ, ਉਹਨੂੰ ਦੇਖਣਾ ਚਾਹੀਦਾ ਕਿ ਮੇਰੀ ਆਪਣੀ ਤਿਆਰੀ ਕਿੰਨੀ ਹੈ ਰਾਜਨੀਤੀ ਵਾਸਤੇ, ਕਿਉਂਕਿ ਟੋਟਲੀ ਡਿਫਰੈਂਟ ਫੀਲਡ ਹੈ, ਸੇਵਾ ਹੈ, ਇਹਦੇ 'ਚ ਕੁਝ ਕਮਰਸ ਨਹੀਂ ਹੈ, ਕੁਝ ਕਮਰਸ਼ੀਅਲ ਚੀਜ਼ਾਂ ਨਹੀਂ ਹੈਗੀਆਂ। ਲੇਕਿਨ ਜਿਨ੍ਹਾਂ ਨੇ ਇਹਨੂੰ ਧੰਦਾ ਬਣਾਇਆ ਹੋਇਆ ਹੈ, ਧੰਦਾ ਕਰਕੇ ਆਉਂਦੇ ਨੇ, ਉਹਨਾਂ ਦੀ ਆਪਣੀ ਸੋਚ ਹੈ। ਹੁਣ ਸਿੱਧੂ ਮੂਸੇਵਾਲਾ ਕੀ ਕਰ ਸਕਦੇ ਨੇ, ਕੀ ਨਹੀਂ ਕਰ ਸਕਦੇ, ਕੋਈ ਨਹੀਂ ਕੁਝ ਕਹਿ ਸਕਦਾ, ਠੀਕ ਹੈ ਨਾ। ਇਹਦਾ ਆਉਣ ਵਾਲਾ ਸਮਾਂ ਹੀ ਦੱਸੇਗਾ। ਬਾਕੀ ਜਿਹੜੀ ਆਪਾਂ ਇੱਕ ਵਾਰੀ ਗੱਲ ਕੀਤੀ ਹੈ ਕਿ ਕਿਸਾਨਾਂ ਵੱਲੋਂ ਕੋਈ ਪਾਰਟੀ ਆਵੇ, ਅਸੀਂ ਉਹਨੂੰ ਸਾਰੇ ਜਣੇ ਵੈਲਕਮ ਕਰਨ ਵਾਸਤੇ ਬੈਠੇ ਹੋਏ ਹਾਂ ਕਿ ਅਸੀਂ, ਕਿਉਂਕਿ ਉਹਨਾਂ ਦੇ ਨਾਲ ਸਾਰੇ ਜੁੜਨਗੇ। ਕਾਰਨ ਇਹ ਹੈ ਕਿ ਸਾਨੂੰ ਪਤਾ ਹੈ ਉਹ ਕਿਸਾਨੀ ਦੇ ਮੁੱਦੇ ਲੈ ਕੇ ਅੱਗੇ ਵਧਣਗੇ, ਹੋਰ ਉਹਨਾਂ ਨੇ ਕੋਈ ਗੱਲ ਨਹੀਂ ਕਰਨੀ ਦੂਜੀ। ਸੋ ਹੋਪਫੁਲੀ ਕਿ ਸਿੱਧੂ ਮੂਸੇਵਾਲਾ ਕੋਈ ਅੱਛੀ ਗੱਲ ਕਰਨ ਤੇ ਵਧੀਆ ਹੋਏ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਪੰਜਾਬ ਸਰਕਾਰ ਦੀ ਹੀ ਖਬਰ ਹੈ। ਪੰਜਾਬ ਸਰਕਾਰ ਨੇ ਡਾਕਟਰ ਐਸਪੀ ਸਿੰਘ ਉਬਰਾਏ ਹੁਣਾਂ ਨੂੰ ਸਕਿੱਲ ਡਿਵੈਲਪਮੈਂਟ ਅਤੇ ਸਿਹਤ ਵਿਭਾਗ ਦੇ ਅੰਦਰ ਆਪਣਾ ਮੁੱਖ ਸਲਾਹਕਾਰ ਨਿਯੁਕਤ ਕਰ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਹੁਣਾਂ ਨੇ ਇਸ ਗੱਲ ਨੂੰ ਦੱਸਿਆ ਕਿ ਉਹਨਾਂ ਨੇ ਬਹੁਤ ਮਤਲਬ ਪੰਜਾਬ 'ਚ ਹੀ ਨਹੀਂ, ਪੰਜਾਬ ਤੋਂ ਬਾਹਰ ਵੀ ਅਣਗਿਣਤ ਲੋਕਾਂ ਦੀ ਸੇਵਾ ਕੀਤੀ ਹੈ। ਸੋ ਉਹਨਾਂ ਨੂੰ ਸਲਾਹਕਾਰ ਹੁਣ ਨਿਯੁਕਤ ਕਰ ਦਿੱਤਾ ਗਿਆ। ਉਹਨਾਂ ਨੇ ਸੇਵਾ ਤੋਂ ਇਲਾਵਾ ਹੋਰ ਕੀਤਾ ਕੀ ਹੈ? ਹਮੇਸ਼ਾ ਸੇਵਾ ਕੀਤੀ ਹੈ ਔਰ ਆਪਣੀ ਜੇਬ 'ਚੋਂ ਕੀਤੀ ਹੈ। ਬਹੁਤ ਹੀ ਸਕਸੈਸਫੁਲ ਬਿਜ਼ਨਸਮੈਨ, ਔਰ ਕਿੰਨਾ ਕੁਝ ਲਾਈਫ ਦੇ ਵਿੱਚ ਦੇਖਿਆ। ਅਸੀਂ ਅਕਸਰ ਉਹਨਾਂ ਦੀ ਇੰਟਰਵਿਊਜ਼ ਦੇਖਦੇ ਰਹਿੰਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ। ਸੋ ਇੰਨਾ ਐਕਸਪੀਰੀਅੰਸ ਬੰਦਾ ਜਦੋਂ ਆ ਰਿਹਾ ਸਲਾਹਕਾਰ ਬਣ ਕੇ, ਤਾਂ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਵੀ ਗੱਲ ਹੈ, ਬਹੁਤ ਮਾਣ ਦੀ ਵੀ ਗੱਲ ਹੈ, ਔਰ ਸਾਨੂੰ ਇਹ ਬਹੁਤ ਪਸੰਦ ਆਏਗਾ। ਔਰ ਨਵੀਂ ਸਰਕਾਰ ਜਦੋਂ ਬਣਦੀ ਹੈ, ਉਹਨਾਂ ਦੇ ਐਡਵਾਈਜ਼ਰ ਬਣਦੇ ਨੇ, ਤਾਂ ਅਸੀਂ ਦੇਖਾਂਗੇ ਕਿ ਇੱਕ ਸੁਨਹਿਰਾ ਭਵਿੱਖ। ਕਿਉਂਕਿ ਜਦੋਂ ਨਾ ਆਪਾਂ ਸੇਵਾ ਵੱਲ ਜਾਂਦੇ ਹਾਂ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਰਾਜਨੀਤੀ ਸੇਵਾ ਹੈ, ਤਾਂ ਸਰਬੱਤ ਦਾ ਭਲਾ ਟਰਸਟ ਜਿਹੜਾ ਹੈ ਸੇਵਾ ਹੀ ਕਰਦਾ ਪਿਆ ਹੈ ਹਮੇਸ਼ਾ। ਸੋ ਉਸ ਭਾਵਨਾ ਨਾਲ ਹੀ ਇਹ ਆਏ ਨੇ, ਅਤੇ ਇਹਨਾਂ ਦੀ ਐਡਵਾਈਜ਼ਰਸ ਵੀ ਵੈਸੇ ਹੋਣਗੀਆਂ ਕਿ ਬਈ ਜੋ ਵੀ ਡਿਸੀਜ਼ਨ ਲੈਣਾ ਹੈ ਪੋਲੀਟੀਕਲੀ ਨਾ ਲਵੋ, ਸੋਸ਼ਲੀ ਲਵੋ, ਹੈ ਨਾ। ਇਕੋਨਮੀ ਨੂੰ ਪੋਲੀਟੀਕਲ ਇਕੋਨਮੀ ਨਾ ਬਣਾਓ, ਸੋਸ਼ਲ ਇਕੋਨਮੀ ਬਣਾਓ। ਲੋਕਾਂ ਪੱਖੀ ਫੈਸਲੇ ਹੋਣ, ਪੰਜਾਬ ਪੱਖੀ ਫੈਸਲੇ ਹੋਣ, ਦੇਸ਼ ਪੱਖੀ ਫੈਸਲੇ ਹੋਣ, ਜਿਹਦੇ 'ਚ ਸਾਰਿਆਂ ਦਾ ਭਲਾ ਹੋਵੇ, ਨਾ ਕਿ ਤੁਸੀਂ ਆਪਣਾ ਫਾਇਦਾ ਦੇਖ ਕੇ ਫੈਸਲੇ ਲਵੋ। ਸੋ ਆਈ ਥਿੰਕ ਇੱਕ ਬਜ਼ੁਰਗ ਵੀ ਹੈਗੇ ਨੇ, ਐਕਸਪੀਰੀਅੰਸਡ ਵੀ ਹੈਗੇ ਨੇ, ਔਰ ਉਹਨਾਂ ਦੀ ਪਬਲਿਕ ਜਾਣਦੀ ਵੀ ਹੈ, ਮੰਨਦੀ ਵੀ ਹੈ। ਸੋ ਇਸ ਕਰਕੇ ਬਹੁਤ ਪਿਆਰਾ ਫੈਸਲਾ ਹੈ। ਬਿਲਕੁਲ। ਔਰ ਨਾਲ ਦੇ ਨਾਲ ਚਾਹੇ ਆਕਸੀਜਨ ਪਲਾਂਟਸ ਦੀ ਗੱਲ ਹੋਵੇ, ਲੈਬੋਰਟਰੀਜ਼ ਦੀ ਗੱਲ ਹੋਵੇ, ਗਰੀਬ ਕੁੜੀਆਂ ਦੇ ਵਿਆਹ ਹੋਣ, ਕੋਈ ਵੀ ਹੈ, ਕਹਿੰਦੇ ਨਾ ਉਹਨਾਂ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਉਹ ਹੈਲਪ ਕਰਦੇ ਆਏ ਨੇ, ਆਪਣੇ ਖਰਚੇ 'ਚੋਂ ਕਰਦੇ ਆਏ ਨੇ, ਆਪਣੇ ਪੱਲਿਓਂ ਕਰਦੇ ਆਏ ਨੇ। ਜੇ ਹੁਣ ਉਹ ਪੰਜਾਬ ਸਰਕਾਰ ਦੇ ਸਲਾਹਕਾਰ ਨਿਯੁਕਤ ਕੀਤੇ ਗਏ ਆ ਸਿਹਤ ਵਿਭਾਗ ਦੇ ਤੇ ਨਾਲ ਦੇ ਨਾਲ ਸਕਿੱਲ ਡਿਵੈਲਪਮੈਂਟ ਦੇ, ਤਾਂ ਇੱਥੋਂ ਮੈਨੂੰ ਇਹ ਵੀ ਲੱਗਦਾ ਕਿ ਪੰਜਾਬ ਸਰਕਾਰ ਨੂੰ ਵੀ ਥੋੜ੍ਹੀ ਸੇਧ ਆ ਜੂਗੀ ਕਿ ਕੰਮ ਕਿਸ ਤਰੀਕੇ ਨਾਲ ਕੀਤੇ ਜਾਂਦੇ ਆ, ਕਿਉਂਕਿ ਉਹ ਇਕੱਲੇ ਨੇ ਇੰਨੇ ਵਧੀਆ ਤਰੀਕੇ ਨਾਲ ਉਹਨਾਂ ਨੇ ਆਕਸੀਜਨ ਪਲਾਂਟਸ ਜਿਹੜੇ ਸਾਰੀ ਜਗ੍ਹਾ ਲਗਾਏ, ਆਕਸੀਜਨ ਦੀ ਕਿੱਲਤ ਨੂੰ ਦੂਰ ਕੀਤਾ, ਤੇ ਇੱਕ ਸਰਕਾਰ ਹੋ ਕੇ ਵੀ ਉਹਨਾਂ ਤੋਂ ਸਾਰਾ ਕੁਝ ਕਵਰ ਅਪ ਨਹੀਂ ਹੋਇਆ। ਸੋ ਉਹਨਾਂ ਦੀ ਸੇਧ ਜਦੋਂ, ਮੈਨੂੰ ਤਾਂ ਲੱਗਦਾ ਚਾਹੇ ਕਾਂਗਰਸ, ਅਕਾਲੀ, ਜਿਹੜੀ ਮਰਜ਼ੀ ਸਰਕਾਰ ਹੋਵੇ, ਐਸਪੀ ਉਬਰਾਏ ਜਿਹੜੇ ਨੇ ਜੋ ਸਲਾਹਕਾਰ ਹੋਣਗੇ ਤਾਂ ਬਹੁਤ ਫਾਇਦਾ ਹੋਣ ਵਾਲਾ ਹੈ। ਬਿਲਕੁਲ। ਐਸਪੀ ਉਬਰਾਏ ਸਾਹਿਬ ਔਰ ਇਸ ਤਰ੍ਹਾਂ ਦੇ ਹੋਰ ਕਾਬਿਲ ਬਜ਼ੁਰਗ ਜੋ ਸਾਡੇ ਸਿਰ ਤੇ ਬੈਠੇ ਨੇ, ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਸਲਾਹਕਾਰ ਬਣਾਉਣਾ ਚਾਹੀਦਾ। ਬਿਕੋਜ਼ ਉਹਨਾਂ ਕੋਲ ਇੱਕ ਸਟ੍ਰੈਟਜੀ ਹੈ, ਪਲੈਨਿੰਗ ਹੈ, ਕੰਮ ਕਰਨ ਦਾ ਤਰੀਕਾ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜੋ ਕੰਮ ਸਰਕਾਰ ਨਹੀਂ ਕਰ ਸਕੀ, ਉਹਨਾਂ ਨੇ ਬਖੂਬੀ ਨਿਭਾਏ ਨੇ। ਜਿਸ ਤਰ੍ਹਾਂ ਗੈਸ ਪਲਾਂਟ ਦੀ ਤੁਸੀਂ ਐਗਜ਼ਾਮਪਲ ਦਿੱਤੀ ਹੈ। ਸੋ ਕੀ ਹੁੰਦਾ ਕਿ ਕੰਮ ਕਰਨ ਦਾ ਜਿਹੜਾ ਤਰੀਕਾ ਹੈ, ਇੱਕ ਬਿਜ਼ਨਸਮੈਨ ਜਿਹੜਾ ਸਟ੍ਰੈਟਜੀ ਨਾਲ ਚੱਲਦਾ, ਕਿਉਂਕਿ ਬਿਨਾਂ ਪਲੈਨਿੰਗ ਤੋਂ ਬਿਜ਼ਨਸ ਨਹੀਂ ਚੱਲੇਗਾ। ਸੋ ਉਹ ਚੀਜ਼ ਇੱਥੇ ਕੰਮ ਆਏਗੀ। ਉਹਨਾਂ ਨੂੰ ਐਗਜ਼ੈਕਟ ਪਲੈਨਿੰਗ ਪਤਾ ਹੋਏਗੀ ਕਿ ਤੁਸੀਂ ਕਰਨਾ ਕੀ ਹੈ ਸਿਹਤ ਵਿਭਾਗ ਦੇ ਵਿੱਚ ਤੇ ਸਕਿੱਲ ਡਿਵੈਲਪਮੈਂਟ ਦੇ ਵਿੱਚ, ਜੋ ਅੱਜ ਕੱਲ੍ਹ ਨੌਜਵਾਨਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਸਕਿੱਲ ਡਿਵੈਲਪਮੈਂਟ ਦੀ। ਕਿਉਂਕਿ ਤੁਸੀਂ ਨੌਕਰੀਆਂ 'ਤੇ ਡਿਪੈਂਡ ਨਹੀਂ ਕਰ ਸਕਦੇ, ਤੁਸੀਂ ਥਾਂ ਤੇ ਜਾ ਕੇ ਕਰਜ਼ੇ ਨਹੀਂ ਲੈ ਸਕਦੇ ਕਿ ਤੁਸੀਂ ਐਂਟਰਪ੍ਰੇਨਿਓਰਸ਼ਿਪ ਦੇ ਵਿੱਚ ਜਾ ਕੇ ਇਸ ਤਰ੍ਹਾਂ ਬਹੁਤ ਵੱਡਾ ਬਿਜ਼ਨਸ ਕ੍ਰੀਏਟ ਕਰ ਸਕਦੇ ਹੋ। ਪਰ ਜਦੋਂ ਤੁਸੀਂ ਸਕਿੱਲ ਲੈ ਕੇ ਚੱਲਦੇ ਹੋ ਤਾਂ ਤੁਸੀਂ ਐਂਟਰਪ੍ਰੇਨਿਓਰ ਬਣ ਸਕਦੇ ਹੋ, ਬਿਗ ਬਿਜ਼ਨਸ ਵੀ ਖੜਾ ਕਰ ਸਕਦੇ ਹੋ। ਪਰ ਉਹ ਇੱਕ ਨਵਾਂ ਰੂਪ ਹੋਏਗਾ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਨਾ ਕੋਆਪਰੇਟਿਵ ਸੁਸਾਇਟੀ ਦਾ, ਸਹਿਕਾਰੀ ਸਮਿਤੀਆਂ ਦਾ, ਸਭ ਨੂੰ ਨਾਲ ਲੈ ਕੇ ਇੱਕ ਗਰੁੱਪ ਬਣਾਉਣਾ, ਦੈਟਸ ਦ ਐਗਜ਼ੈਕਟ ਬਿਜ਼ਨਸ। ਹੁਣ ਗੱਲ ਕਰਾਂਗੇ ਅਸੀਂ ਆਪਣੇ ਭਾਰਤ ਦੇ ਇੱਕ ਪ੍ਰਾਂਤ ਕਰਨਾਟਕ ਦੀ, ਜਿੱਥੇ ਓਮਿਕਰੋਨ ਦੇ ਕੇਸਿਸ ਮਿਲੇ ਨੇ, ਔਰ ਇਹ ਸਾਡੇ ਵਾਸਤੇ ਖਤਰੇ ਦੀ ਘੰਟੀ ਹੈ। ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹ ਨਵਾਂ ਖਤਰਾ ਜੋ ਪੈਦਾ ਹੋ ਗਿਆ, ਕਈ ਦੇਸ਼ ਤਾਂ ਕਹਿੰਦੇ ਨੇ ਕਿ 5ਵੀਂ ਲਹਿਰ ਵੀ ਆਏਗੀ ਇਸ ਮੁਸੀਬਤ ਦੀ। ਹਾਲਾਂਕਿ WHO ਨੇ ਕਿਹਾ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਫਿਰ ਵੀ ਘਬਰਾਹਟ ਹੋ ਜਾਂਦੀ ਹੈ, ਔਰ ਅਲਰਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਕਰਨਾਟਕ ਦੇ ਵਿੱਚ ਜਦੋਂ ਇਹ ਕੇਸ ਮਿਲੇ ਨੇ, ਤਾਂ ਭਾਰਤ ਵਾਸਤੇ ਵੀ ਇਹ ਖਤਰੇ ਦੀ ਘੰਟੀ ਹੈ। ਜੀ ਬਿਲਕੁਲ। ਔਰ ਆਂਧਰਾ ਪ੍ਰਦੇਸ਼ ਦੀ ਗੱਲ ਕਰਦੇ ਹਾਂ। ਆਂਧਰਾ ਪ੍ਰਦੇਸ਼ ਦੇ ਵਿੱਚ 60 ਯਾਤਰੀ ਬਾਹਰੋਂ ਆਏ ਨੇ, ਵਿੱਚੋਂ 30 ਲਾਪਤਾ ਨੇ, ਜਿਸ ਕਾਰਨ ਨਾ ਉਹਨਾਂ ਦੇ ਫੋਨ ਮਿਲ ਰਹੇ ਆ। ਕਾਫੀ ਜ਼ਿਆਦਾ
ਸੂਬੇ ਦੇ ਵਿੱਚ ਚਿੰਤਾ ਵਧੀ ਹੋਈ ਹੈ। ਕਹਿ ਲਓ ਕਿ ਭਾਰਤ ਦੇ ਵਿੱਚ ਚੰਡੀਗੜ੍ਹ, ਬੰਬਈ, ਆਂਧਰਾ ਪ੍ਰਦੇਸ਼, ਹੁਣ ਤੁਸੀਂ ਗੱਲ ਕੀਤੀ ਹੈ ਕਰਨਾਟਕਾ ਦੀ, ਸੋ ਇੱਥੇ ਓਮਿਕਰੋਨ ਦਾ ਡਰ ਜਿਹੜਾ ਫੈਲ ਚੁੱਕਾ, ਕਿਉਂਕਿ ਨਿਊਯਾਰਕ ਦੇ ਵਿੱਚ ਵੀ, ਅਮਰੀਕਾ ਦੀ ਜੇ ਗੱਲ ਕਰੀਏ, ਉੱਥੇ ਵੀ ਓਮਿਕਰੋਨ ਦੇ ਕੇਸਿਸ ਜਿਹੜੇ ਸਾਹਮਣੇ ਆ ਗਏ ਨੇ। ਆਸਟ੍ਰੇਲੀਆ 'ਚ ਵੀ ਓਮਿਕਰੋਨ ਦੇ ਕੇਸ ਸਾਹਮਣੇ ਆ ਗਏ ਨੇ। ਹੌਲੀ ਹੌਲੀ ਸਾਰੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਇਹ ਕੇਸ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਸੋ ਹੁਣ ਸਭ ਤੋਂ ਵੱਧ ਜ਼ਰੂਰੀ ਹੈ ਕਿ ਥੋੜ੍ਹੀ ਦੇਰ ਦੇ ਲਈ ਅਸੀਂ ਖੁਦ ਹੀ ਅਵੋਇਡ ਕਰੀਏ ਫਲਾਈਟਸ ਦੇ ਵਿੱਚ ट्रैवल करना। हाँ बिल्कुल अवॉइड करना पड़ेगा, क्योंकि बहुत कुछ अवॉइड करना पड़ेगा। फ्लाइट्स के अलावा होर भी बहुत कुछ अवॉइड करना पड़ेगा, क्योंकि हजे तक ਜਿਹੜੇ केस सामने आए ने ਉਹਨਾਂ ਬਾਰੇ ਪਤਾ ਹੈ, ਪਰ ਜਿਹੜੇ ਲੁਕੇ ਹੋਏ ਨੇ ਉਹਨਾਂ ਬਾਰੇ ਕੁਝ ਪਤਾ ਨਹੀਂ। ਰਾਜਸਥਾਨ ਦੇ ਵਿੱਚ ਵੀ ਰੌਲਾ ਪੈ ਹਟਿਆ, ਉੱਥੇ ਵੀ ਯਾਤਰੀ ਇੱਧਰ ਉੱਧਰ ਹੋ ਗਏ ਨੇ। ਹਾਂ, ਪਿੱਛੇ ਜੇ ਮੁੰਬਈ ਦੇ ਵਿੱਚ ਵੀ ਰੌਲਾ ਪਿਆ ਸੀਗਾ ਕਿ ਉਹ ਯਾਤਰੀ ਮਿਲਦੇ ਨਹੀਂ ਪਏ, ਕਿਉਂਕਿ ਉਹਨਾਂ ਦਾ ਟੈਸਟ ਹੋਇਆ ਸੀ, ਉਹਨਾਂ ਵਿੱਚ ਵੀ ਉਹ ਚੀਜ਼ ਪਾਈ ਗਈ ਜੋ ਓਮਿਕਰੋਨ ਨਾਂ ਦੀ ਕੋਈ ਬਿਮਾਰੀ ਜਿਹੜਾ ਵੇਰੀਐਂਟ ਦੇ ਤੌਰ ਤੇ ਆਪਾਂ ਲੈਂਦੇ ਹਾਂ, ਸੋ ਉਹਨਾਂ ਬਾਰੇ ਵੀ ਪਤਾ ਨਹੀਂ ਲੱਗਾ। ਸੋ ਗੱਲ ਕੁੱਲ ਮਿਲਾ ਕੇ ਇਹ ਹੈ ਕਿ ਅਲਾਰਮਿੰਗ ਸਿਚੁਏਸ਼ਨ ਹੈ, ਤੇ ਇਹ ਨਾ ਹੋਵੇ ਕਿ ਜਿਸ ਤਰ੍ਹਾਂ ਪਹਿਲਾਂ ਲੋਕਡਾਊਨ ਹੋਇਆ ਸੀ, ਪਰਮਾਤਮਾ ਨਾ ਕਰੇ ਉਸ ਤਰ੍ਹਾਂ ਫਿਰ ਲੋਕਡਾਊਨ ਵਾਲੀ ਮੁਸੀਬਤ ਆ ਜਾਏ, ਫਿਰ ਤੇ ਬਿਲਕੁਲ ਕੰਮ ਖਰਾਬ ਹੋ ਜਾਣਾ। ਕਿਉਂਕਿ ਲੋਕਾਂ ਦੇ ਕੋਲ ਅੱਗੇ ਬਹੁਤ ਪਰੇਸ਼ਾਨੀਆਂ ਹੋ ਗਈਆਂ ਨੇ, ਅੱਗੇ ਬਜਟ ਨਹੀਂ ਸੰਭਾਲੇ ਜਾ ਰਹੇ, ਮਹਿੰਗਾਈ ਬਹੁਤ ਜ਼ਿਆਦਾ ਹੈ, ਨੌਕਰੀਆਂ ਚਲੀਆਂ ਗਈਆਂ, ਬਿਜ਼ਨਸ ਤਬਾਹ ਹੋ ਗਏ, ਇਕਨੋਮੀ ਦਾ ਜੋ ਹਾਲ ਹੈ ਸਾਡੇ ਸਾਹਮਣੇ ਹੈ। ਸੋ ਪਰਮਾਤਮਾ ਨਾ ਕਰੇ ਕਿ ਇਸ ਤਰ੍ਹਾਂ ਸਥਿਤੀ ਪੈਦਾ ਹੋਵੇ, ਫਿਰ ਤੇ ਬਹੁਤ ਹੀ ਮੁਸ਼ਕਿਲ ਹੋ ਜਾਣਾ। ਰੋਟੀ ਕਿਵੇਂ ਖਾਵਾਂਗੇ, ਸਿੱਧੀ ਸਾਦੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਾਂ, ਕਿਉਂਕਿ ਗਰੀਬ ਜਿਹੜਾ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕ ਨੇ ਭਾਰਤ ਦੇ ਵਿੱਚ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉਹਨਾਂ ਵਾਸਤੇ ਤਾਂ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਣਾ। ਤੇ ਇਹਦੇ ਵਿੱਚ ਆਪ ਨੇ ਵੀ ਇੱਕ ਨਵਾਂ ਐਲਾਨ ਕੀਤਾ ਹੈ, ਜੋ ਪੰਜਾਬ ਦੀਆਂ ਇਲੈਕਸ਼ਨਸ ਨੂੰ ਮੁੱਖ ਰੱਖਦੇ ਹੋਏ, ਕਿ ਪੰਜਾਬ ਵਿੱਚ ਜਨਮੇ ਹਰ ਬੱਚੇ ਨੂੰ ਐਜੂਕੇਸ਼ਨ ਸਿੱਖਿਆ ਫ੍ਰੀ ਦਿੱਤੀ ਜਾਏਗੀ, ਜੋ ਉਹਨਾਂ ਦੇ ਟਾਈਮ ਦੇ ਵਿੱਚ ਪੈਦਾ ਹੋਏਗਾ ਜਦੋਂ ਉਹਨਾਂ ਦੀ ਸਰਕਾਰ ਬਣਦੀ ਹੈ। ਬਹੁਤ ਵਧੀਆ ਗੱਲ ਹੈ, ਕਿਉਂਕਿ ਇਸ ਟਾਈਮ ਸਿੱਖਿਆ ਦਾ ਮੁਫਤ ਹੋਣਾ ਜ਼ਰੂਰੀ ਹੈ, ਕਿਉਂਕਿ ਥਾਂ ਥਾਂ ਦੁਕਾਨਾਂ ਖੁੱਲ੍ਹ ਗਈਆਂ ਨੇ ਸਿੱਖਿਆ ਦੀਆਂ। ਕਿਉਂਕਿ ਸਕੂਲ ਹੁੰਦੇ ਸੀ, ਗੁਰੂਕੁਲ ਹੁੰਦੇ ਸੀ, ਫਿਰ ਸਕੂਲ ਬਣੇ, ਹੁਣ ਉਹਨਾਂ ਨੂੰ ਦੁਕਾਨਾਂ ਕਹਿ ਦੇਈਦਾ ਆਪਾਂ, ਕਿਉਂਕਿ ਜੋ ਹਾਲਾਤ ਹੋ ਗਏ ਆ, ਹੈ ਨਾ। ਸੋ ਬਹੁਤ ਵਧੀਆ ਗੱਲ ਹੈ, ਇਹ ਉਪਰਾਲਾ ਹੈ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਦੋਂ ਕਿਤੇ ਵੀ ਵੋਟਾਂ ਹੁੰਦੀਆਂ ਨੇ, ਜਾਂ ਗਲੀਆਂ ਦਾ ਰੌਲਾ ਹੁੰਦਾ, ਜਾਂ ਨਾਲੀਆਂ ਦਾ ਰੌਲਾ ਹੁੰਦਾ, ਬਿਜਲੀ ਦਾ ਰੌਲਾ ਹੁੰਦਾ, ਸੜਕਾਂ ਦਾ ਰੌਲਾ ਹੁੰਦਾ, ਕੋਈ ਵੀ ਸਿਹਤ ਸਹੂਲਤਾਂ ਤੇ ਸਿੱਖਿਆ ਦੇ ਨਾਮ 'ਤੇ ਵੋਟਾਂ ਨਹੀਂ ਮੰਗਦਾ। ਸੋ ਜੇ ਕੇਜਰੀਵਾਲ ਹੋਣਾ ਨੇ ਇੱਥੇ ਸਿੱਖਿਆ ਦੀ ਗੱਲ ਚੱਕੀ ਹੈ, ਤਾਂ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ ਜਾ ਸਕਦਾ, ਕਿਉਂਕਿ ਜ਼ਰੂਰਤ ਹੈ ਸਾਡੇ ਦੇਸ਼ ਨੂੰ ਅਜਿਹੇ ਨੇਤਾਵਾਂ ਦੀ ਜਿਹੜੇ ਕੰਮ ਦੀਆਂ ਗੱਲਾਂ ਕਰਨ। ਇਹ ਨਾ ਕਹਿਣ ਸਾਡੀ ਸਰਕਾਰ ਆ ਗਈ ਤਾਂ ਤੁਹਾਨੂੰ ਸਾਈਕਲ ਫ੍ਰੀ ਮਿਲੂਗੇ, ਸਾਡੀ ਸਰਕਾਰ ਆ ਗਈ ਤਾਂ ਲੈਪਟਾਪ ਫ੍ਰੀ ਮਿਲੂਗੇ, ਸਾਡੀ ਸਰਕਾਰ ਆ ਗਈ ਤਾਂ ਮੋਬਾਈਲ ਫ੍ਰੀ ਮਿਲੂਗੇ, ਇੰਨਾ ਦਾਲ ਆਟਾ ਫ੍ਰੀ ਹੋ ਜਾਣਾ, ਸਾਰਾ ਕੁਛ ਕੰਮ ਦੀਆਂ ਗੱਲਾਂ ਹੋਣਗੀਆਂ। ਕਿਉਂਕਿ ਜੇ ਬੱਚੇ ਮੁਫਤ ਪੜ੍ਹਨਗੇ ਤਾਂ ਫਿਰ ਮਾਂ-ਬਾਪ ਦੇ ਉੱਤੇ ਉਹਨਾਂ ਦੀ ਸਿੱਖਿਆ ਦਾ ਬੋਝ ਬਿਲਕੁਲ ਵੀ ਨਹੀਂ ਹੋਏਗਾ। ਉਹਨਾਂ ਨੂੰ ਹੋਏਗਾ ਕਿ ਜੇ ਸਾਡੇ ਕੋਲ ਪੈਸਾ ਨਹੀਂ ਹੈ ਤਾਂ ਵੀ ਸਾਡਾ ਬੱਚਾ ਚੰਗੀ ਤਰ੍ਹਾਂ ਪੜ੍ਹ ਲਿਖ ਕੇ ਜ਼ਿੰਦਗੀ 'ਚ ਕੁਛ ਬਣ ਸਕਦਾ ਹੈ। ਰੋਟੀ, ਕੱਪੜਾ, ਮਕਾਨ, ਸਿਹਤ ਸੁਵਿਧਾਵਾਂ, ਸਿੱਖਿਆ, ਇਹ 5 ਚੀਜ਼ਾਂ ਮਸਟ ਨੇ। ਨਾਲ ਹੋਵੇ ਸੋਸ਼ਲ ਸਿਕਿਉਰਿਟੀ, ਨਾਲ ਹੋਵੇ ਇੱਜ਼ਤ ਨਾਲ ਜਿਉਣਾ। ਤੁਸੀਂ ਦੇਖਿਆ ਕਦੀ ਅਫਸਰ ਕਿਵੇਂ ਬੁਲਾਉਂਦੇ ਨੇ ਛੋਟੇ ਨੂੰ, ਓਏ ਓਏ ਤੂੰ, ਵਾਟ ਡੂ ਯੂ ਮੀਨ ਬਾਈ ਤੂੰ ਕੀ ਹੁੰਦਾ ਯਾਰ, ਸਿੱਧੀ ਤਰ੍ਹਾਂ ਗੱਲ ਕਰੋ ਨਾ, ਤੁਸੀਂ ਵੀ ਕਹਿ ਸਕਦੇ ਹੋ ਉਹਨਾਂ ਨੂੰ। ਸੋ ਗੱਲ ਇਹ ਹੈ ਕਿ ਜਿਹੜੀ ਇਹ ਨਾ ਬਰਾਬਰੀ ਦਾ ਸਿਸਟਮ ਹੈ ਨਾ ਸਾਡੇ ਭਾਰਤ ਦੇ ਵਿੱਚ, ਇਹਨੇ ਸਾਰੇ ਸਿਸਟਮ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ, ਪੂਰੇ ਸਮਾਜ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਐਜੂਕੇਸ਼ਨ ਫ੍ਰੀ ਹੋਵੇ, ਸਿਹਤ ਸੇਵਾਵਾਂ ਫ੍ਰੀ ਹੋਣ, ਤਾਂ ਤੁਸੀਂ ਦੇਖੋ ਸਾਡੇ ਸਾਰੇ ਮਨਾਂ ਦੇ ਬੋਝ ਉਤਰ ਜਾਣਗੇ। ਹੁਣ ਤੁਸੀਂ ਮੁੱਢਲੀ ਸਿੱਖਿਆ ਫ੍ਰੀ ਕਰ ਦਿੱਤੀ, ਮੰਨ ਲਿਆ, ਹਾਇਰ ਐਜੂਕੇਸ਼ਨ, ਉਚੇਰੀ ਸਿੱਖਿਆ, ਉਹ ਤਾਂ ਲੱਖਾਂ ਦੀਆਂ ਫੀਸਾਂ ਨੇ। ਡਾਕਟਰੀ ਪੜ੍ਹਨੀ ਹੋਵੇ ਕਿਸੇ ਨੇ ਤਾਂ ਲੱਖਾਂ ਰੁਪਏ ਫੀਸ ਹੈ, ਔਰ ਉਹ ਵੀ ਡੋਨੇਸ਼ਨ ਦੇ ਰੂਪ ਦੇ ਵਿੱਚ ਤੁਹਾਨੂੰ ਐਡਵਾਂਸ ਦੇਣਾ ਪੈਂਦਾ। ਕੌਣ ਦੇਗਾ? ਜਿਹਦੇ ਕੋਲ ਹੈ, ਜਿਹਦੇ ਕੋਲ ਨਹੀਂ ਹੈ, ਭਾਵੇਂ ਉਹ ਕਾਬਿਲ ਹੈ, ਉਹ ਡਾਕਟਰ ਨਹੀਂ ਬਣ ਸਕਦਾ। ਸੋ ਕਾਬਲੀਅਤ ਦੀ ਕਦਰ ਹੋਣੀ ਚਾਹੀਦੀ ਹੈ। ਬਿਲਕੁਲ ਤੁਸੀਂ ਠੀਕ ਸ਼ਬਦ ਦਾ ਇਸਤੇਮਾਲ ਕੀਤਾ, ਦੁਕਾਨਾਂ ਖੁੱਲ੍ਹ ਗਈਆਂ ਨੇ, ਇਹ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਨੇ, ਇਹਦੇ ਥਾਂ 'ਤੇ ਐਜੂਕੇਸ਼ਨ ਸੈਂਟਰ ਹੋਣੇ ਚਾਹੀਦੇ ਨੇ। ਗੁਰੂਕੁਲ ਦੀ ਤੁਸੀਂ ਗੱਲ ਕੀਤੀ ਹੈ, ਸਾਡੀ ਭਾਰਤ ਦੀ ਪਰੰਪਰਾ ਹੈ, ਬਾਬਾ ਨਾਨਕ ਵੀ ਗੁਰੂਕੁਲ 'ਚ ਹੀ ਪੜ੍ਹੇ ਹੋਏ ਨੇ। ਸੋ ਗੁਰੂਕੁਲ ਜਿਹੜਾ ਹੈ ਉਹ ਸਿਸਟਮ ਸਭ ਨੂੰ ਮੁਫਤ ਸਿੱਖਿਆ ਦਿੰਦਾ ਹੈ। ਮੁਫਤ ਸਿੱਖਿਆ, ਮੁਫਤ ਐਜੂਕੇਸ਼ਨ, ਮੁਫਤ ਸਿਹਤ ਸੇਵਾਵਾਂ, ਇਹ ਬਹੁਤ ਵਧੀਆ ਰਹੇਗਾ। ਮਨਾਂ ਤੋਂ ਬੋਝ ਜਦੋਂ ਲੈ ਜਾਂਦਾ ਨਾ ਬੰਦੇ ਦੇ, ਤਾਂ ਉਸ ਤੋਂ ਬਾਅਦ ਹੀ ਉਹ ਤਰੱਕੀ ਕਰ ਸਕਦਾ। ਜੀ ਬਿਲਕੁਲ। ਔਰ ਰੁੱਖ ਕਰਦੇ ਹਾਂ ਅਗਲੀ ਖਬਰ ਦਾ। ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਹੋਣਾ ਨੂੰ ਡਰਾ ਧਮਕਾ ਕੇ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਗਿਆ। ਉਹਨਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਲੀਆਂ ਮਿਲੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ। ਕੁਝ ਲੋਕ ਕਹਿ ਰਹੇ ਨੇ ਕਿ ਉਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਬੱਚੇ ਆ ਜਿਨ੍ਹਾਂ ਨੂੰ ਛਡਾਇਆ। ਜੇ ਅੱਜ ਉਹਨਾਂ ਨੂੰ ਕੋਈ ਮਜਬੂਰੀ ਜਾਂ ਦਬਾਅ ਹੇਠ ਕਦਮ ਚੁੱਕਣਾ ਪਿਆ ਤੇ ਸਾਨੂੰ ਉਹਨਾਂ ਦੀ ਗੱਲ ਨੂੰ ਸਮਝਣਾ ਚਾਹੀਦਾ ਹੈ। ਕਈ ਲੋਕਾਂ ਨੇ ਉਹਨਾਂ ਦੇ ਲਈ ਗੱਦਾਰ ਸ਼ਬਦ ਦਾ ਵੀ ਪ੍ਰਯੋਗ ਕੀਤਾ ਹੈ। ਪਿਛਲੀ ਗੱਲ ਹੈ ਕਿਸੇ ਨੂੰ ਨਹੀਂ ਪਤਾ, ਕਿਉਂਕਿ ਪਾਰਟੀਆਂ ਜਿਹੜੀਆਂ ਨੇ ਸਿਆਸੀ ਪਾਰਟੀਆਂ ਉਹ ਤਾਂ ਸਾਫ਼ ਤੇ ਸਪਸ਼ਟ ਤੌਰ ਤੇ ਕਹਿ ਰਹੀਆਂ ਨੇ ਕਿ ਇਹਨਾਂ ਨੂੰ ਪਰਿਵਾਰ ਦਾ ਖਤਰਾ ਹੋ ਗਿਆ ਸੀ, ਆਪਣੇ
ਆਪਣੇ ਬਿਜ਼ਨਸ ਦਾ ਖਤਰਾ ਭਾਜਪਾ ਵੱਲੋਂ ਹੋ ਗਿਆ ਸੀ, ਜੋ ਸਿਆਸੀ ਪਾਰਟੀਆਂ ਕਹਿ ਰਹੀਆਂ ਨੇ। ਇਹਨਾਂ ਸਭ ਕਾਰਨਾਂ ਕਰਕੇ ਮਨਜਿੰਦਰ ਸਿੰਘ ਸਿਰਸਾ ਨੂੰ ਇਹ ਕਦਮ ਚੱਕਣਾ ਪਿਆ। ਉਹਨਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਨੂੰ ਨਹੀਂ ਭੁਲਾਉਣਾ ਚਾਹੀਦਾ। ਦੇਖੋ, ਜੋ ਉਹਨਾਂ ਨੇ ਚੰਗੇ ਕੰਮ ਕੀਤੇ, ਨੇਕ ਕੰਮ ਕੀਤੇ ਨੇ, ਉਹ ਤਾਂ ਕਦੀ ਵੀ ਨਹੀਂ ਭੁਲਾਉਣੇ ਚਾਹੀਦੇ ਜਿਹੜੇ ਉਹਨਾਂ ਨੇ ਆਪਣੀ ਉੱਤੇ ਰਿਸਕ ਲਿੱਤੇ ਨੇ। ਹੁਣ ਜਿਹੜੀ ਗੱਲ ਰਹੀ ਕਿ ਉਹਨਾਂ ਦੇ ਪਰਿਵਾਰ ਉੱਤੇ ਰਿਸਕ ਹੈ, ਉਹਨਾਂ ਦੀ ਆਪਣੀ ਜਾਨ ਉੱਤੇ ਰਿਸਕ ਹੈ, ਉਹਨਾਂ ਦੇ ਕਾਰੋਬਾਰ ਉੱਤੇ ਰਿਸਕ ਹੈ, ਇਹ ਤਾਂ ਸਿਰਸਾ ਸਾਹਿਬ ਵੀ ਐਕਸਪਲੇਨ ਕਰ ਸਕਦੇ ਨੇ, ਬਾਕੀ ਤੇ ਸਭ ਅੰਦਾਜ਼ੇ ਲਗਾ ਸਕਦੇ ਨੇ। ਇਹ ਵੀ ਕਿਹਾ ਜਾ ਸਕਦਾ ਕਿ ਕਿਸੇ ਨੂੰ ਨਿੰਦਣ ਵਾਸਤੇ ਕੋਈ ਨਾ ਕੋਈ ਗਰਾਊਂਡ ਲੱਭ ਲੈਂਦੇ ਨੇ, ਜਿਵੇਂ ਲੋਕ ਉਵੇਂ ਨਿੰਦਣ ਵਾਸਤੇ ਕੋਈ ਗਰਾਊਂਡ ਲੱਭ ਲਿਆ, ਪਰ ਐਗਜ਼ੈਕਟ ਪੋਜੀਸ਼ਨ ਕੀ ਹੈ ਕਿਸੇ ਨੂੰ ਨਹੀਂ ਪਤਾ। ਹੁਣ ਇਹ ਸਿਰਸਾ ਸਾਹਿਬ ਨੂੰ ਬਿਹਤਰ ਤੌਰ ਤੇ ਪਤਾ ਹੈ। ਪਰ ਜੇ ਆਪਾਂ ਕਿਸੇ ਨੂੰ ਡਰਾਉਣੇ ਹਾਂ, ਧਮਕਾਉਣੇ ਹਾਂ, ਪਰਿਵਾਰ ਨੂੰ ਉਹਨਾਂ ਦੀ ਲਾਈਫ ਦੇ ਉੱਤੇ ਰਿਸਕ ਦੀ ਗੱਲ ਕਰਦੇ ਹਾਂ ਜਾਂ ਕਾਰੋਬਾਰ ਦੇ ਉੱਤੇ ਰਿਸਕ ਦੀ ਗੱਲ ਕਰਦੇ ਹਾਂ, ਤਾਂ ਜੋ ਵੀ ਇਸ ਤਰ੍ਹਾਂ ਦੀ ਕੋਈ ਥ੍ਰੈਟਨਿੰਗ ਦਿੰਦਾ, ਕੋਈ ਧਮਕੀ ਦਿੰਦਾ ਜਾਂ ਐਸੇ ਪ੍ਰੈਸ਼ਰ ਦਿੰਦਾ ਹੈ, ਉਹ ਤਾਂ ਕਾਨੂੰਨੀ ਤੌਰ ਤੇ ਵੀ ਗਲਤ ਹੈ। ਸਾਡਾ ਸੰਵਿਧਾਨ ਵੀ ਉਹਨੂੰ ਗਲਤ ਕਹਿੰਦਾ ਹੈ, ਇਖਲਾਕੀ ਤੌਰ ਤੇ ਵੀ ਗਲਤ ਹੈ। ਕਿਉਂ ਕਿਸੇ ਨੂੰ ਪ੍ਰੈਸ਼ਰਾਈਜ਼ ਕਰਨਾ? ਇੱਕ ਬੰਦਾ ਖੁਸ਼ੀ ਨਾਲ ਆਪਣੀ ਮਨਮਰਜ਼ੀ ਨਾਲ ਕੋਈ ਪਾਰਟੀ ਜੁਆਇਨ ਕਰਨਾ ਚਾਹੁੰਦਾ ਹੈ, ਬਹੁਤ ਵਧੀਆ, ਵੈਲਕਮ। ਪਰ ਜੇ ਇੱਦਾਂ ਪ੍ਰੈਸ਼ਰਾਈਜ਼ ਕਰੋ ਕਿ ਉੱਥੋਂ ਫੇਸ ਕੱਢ ਕੇ ਇੱਥੇ ਫੇਸ ਲੈ ਕੇ ਆਓ, ਇਹ ਤਾਂ ਫਿਰ ਟੋਟਲੀ ਐਥਿਕਸ ਦੇ ਵੀ ਖਿਲਾਫ ਹੈ। ਇਹ ਪੋਲੀਟੀਕਲ ਐਥਿਕਸ ਵੀ ਇਹਦੀ ਇਜਾਜ਼ਤ ਨਹੀਂ ਦਿੰਦੇ। ਹੁਣ ਜੀ, ਜਿਸ ਤਰ੍ਹਾਂ ਇਹ ਮਨਾਂ ਦਾ ਪੋਲਿਊਸ਼ਨ ਹੈ, ਰਾਜਨੀਤੀ ਵਿੱਚ ਪੋਲਿਊਸ਼ਨ ਹੈ, ਉਸ ਤਰ੍ਹਾਂ ਦਿੱਲੀ ਵਿੱਚ ਵੀ ਪੋਲਿਊਸ਼ਨ ਹੈ। ਉਹ ਪੋਲਿਊਸ਼ਨ ਹੈ ਵਾਤਾਵਰਣ ਦਾ। ਸੋ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਲੈ ਕੇ ਉਹਨਾਂ ਨੇ ਕੋਰਟਸ ਵਿੱਚ ਵੀ ਗਏ ਨੇ। ਕੋਰਟ ਵੀ ਕਹਿੰਦਾ ਇਹ ਸਾਰੀ ਗੱਲ ਸਾਡੇ ਉੱਤੇ ਸੁੱਟ ਦਿੰਦੇ ਹੋ, ਤੇ ਤੁਸੀਂ ਆਪ ਕੀ ਕਰਦੇ ਹੋ? ਆਪ ਆਪਣੇ ਆਪ ਨੂੰ ਸੰਭਾਲੋ। ਆਮ ਲੋਕ ਆਪਣੇ ਆਪ ਨੂੰ ਸੰਭਾਲਣ। ਜਿਹੜੇ ਲੋਕ ਜ਼ਿੰਮੇਵਾਰ ਨੇ ਪ੍ਰਦੂਸ਼ਣ ਵਾਸਤੇ, ਉਹ ਇਸ ਦੇ ਵਾਸਤੇ ਕੰਮ ਕਰਨ। ਦੀਵਾਲੀ ਵੇਲੇ ਕਿੰਨਾ ਪ੍ਰਦੂਸ਼ਣ ਹੋਇਆ ਹੈ। ਤਾਂ ਜਦੋਂ ਅਸੀਂ ਹਰ ਗੱਲ ਨੂੰ ਸਮਝਦੇ ਹਾਂ, ਹਰ ਥਾਂ ਦੇ ਉੱਤੇ ਰੈਲੀਆਂ ਹੁੰਦੀਆਂ ਨੇ, ਕੈਂਪੇਨਸ ਚੱਲਦੀਆਂ ਨੇ ਪਲਾਸਟਿਕ ਦੇ ਖਿਲਾਫ, ਹਵਾ ਖਰਾਬ ਹੋ ਗਈ, ਪਾਣੀ ਖਰਾਬ ਹੋ ਗਿਆ, ਫਿਰ ਜਦੋਂ ਮੌਕਾ ਆਉਂਦਾ ਹੈ ਕਿ ਤੁਸੀਂ ਉਸ ਤੋਂ ਬਚੋ, ਉਦੋਂ ਕੋਈ ਕਿਸੇ ਦੀ ਨਹੀਂ ਸੁਣਦਾ, ਨਾ ਸੁਪਰੀਮ ਕੋਰਟ ਦੀ ਸੁਣਦਾ ਹੈ, ਨਾ ਕਿਸੇ ਬਜ਼ੁਰਗ ਦੀ ਸੁਣਦਾ ਹੈ। ਉਦੋਂ ਫਿਰ ਕੀ ਹੋ ਜਾਂਦਾ ਹੈ? ਤੁਸੀਂ ਦੇਖੋ, ਪ੍ਰਦੂਸ਼ਣ ਫੈਲਾਉਣ 'ਚ ਅਸੀਂ ਕੋਈ ਵੀ ਕਸਰ ਬਾਕੀ ਨਹੀਂ ਛੱਡਦੇ। ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਜਿਹੜੇ ਕਿਸਾਨਾਂ ਦੇ ਵੱਲੋਂ ਪ੍ਰਦੂਸ਼ਣ ਨਹੀਂ ਕੀਤਾ ਜਾਂਦਾ, ਉਹ ਤਾਂ ਕੇਵਲ 10% ਹੈ ਕਿਸਾਨਾਂ ਦਾ ਪ੍ਰਦੂਸ਼ਣ, ਪਰ ਤੁਸੀਂ 90% ਕਰਦੇ ਹੋ। ਔਰ ਦਿੱਲੀ ਵਿੱਚ ਜਾਣ ਕੇ ਇਹ ਗੱਲ ਕੀਤੀ ਜਾਂਦੀ ਹੈ ਕਿ ਪੰਜਾਬ ਦਾ ਪ੍ਰਦੂਸ਼ਣ ਦਿੱਲੀ ਤੇ ਅਸਰ ਕਰਦਾ, ਪੰਜਾਬ ਦਾ ਪ੍ਰਦੂਸ਼ਣ ਦਿੱਲੀ ਤੇ ਅਸਰ ਕਰਦਾ। ਜੇ ਪੰਜਾਬ ਦਾ ਪ੍ਰਦੂਸ਼ਣ ਉੱਡ ਕੇ ਦਿੱਲੀ ਚਲਿਆ ਜਾਂਦਾ ਤਾਂ ਪੰਜਾਬ 'ਚ ਵੀ ਪਹਿਲਾਂ ਉਨਾ ਹੀ ਪ੍ਰਦੂਸ਼ਣ ਹੋਣਾ ਸੀਗਾ। ਪੰਜਾਬ 'ਚ ਉਨਾ ਪ੍ਰਦੂਸ਼ਣ ਨਹੀਂ ਆ, ਸੋ ਦਿੱਲੀ ਨੂੰ ਪੂਰਾ ਪੋਲਿਊਟ ਨਹੀਂ ਕਰ ਸਕਦਾ ਪੰਜਾਬ ਕੱਲਾ। ਔਰ ਦੂਸਰੀ ਗੱਲ, ਦਿੱਲੀ ਦੇ ਵਿੱਚ ਇੰਨੇ ਜ਼ਿਆਦਾ ਕੁਆਟਰ ਬਣੇ ਹੋਏ ਨੇ, ਇੰਨੇ ਜ਼ਿਆਦਾ ਫਲੈਟ ਬਣੇ ਹੋਏ ਨੇ, ਹਰ ਫਲੈਟ ਦੇ ਵਿੱਚ 4-4 ਏਸੀ ਲੱਗੇ ਹੋਏ ਨੇ, ਘੱਟੋ ਘੱਟ 2-2 3-3 ਏਸੀ ਲੱਗੇ ਹੋਏ ਨੇ। ਗੱਡੀਆਂ ਦੇ ਵਿੱਚ ਏਸੀ ਹੈ, ਕਿਉਂਕਿ ਨੋਇਡਾ ਖਾਸ ਤੌਰ ਤੇ ਦਿੱਲੀ ਦੇ ਨਾਲ ਲੱਗਦਾ ਹੈ। ਸੋ ਇਹ ਦੋਨੋਂ ਜਿਹੜੀਆਂ ਜਗ੍ਹਾਵਾਂ ਨੇ, ਇੱਥੇ ਬਹੁਤ ਸਾਰੇ ਬਿਜ਼ਨਸ ਲੋਕਾਂ ਦੇ ਚੱਲਦੇ ਹੈ। ਸੋ ਉਹ ਕਹਿ ਲਓ ਨਾ, ਮਲਟੀ ਕੰਪਨੀ ਵਾਲੀ ਜ਼ਿੰਦਗੀ ਹੈ ਉਹਨਾਂ ਦੀ, ਸਾਰੀ ਦਿਹਾੜੀ ਕੰਮ। ਸੋ ਉੱਥੇ ਬਹੁਤ ਜ਼ਿਆਦਾ ਪੋਲਿਊਸ਼ਨ ਪੈਦਾ ਹੁੰਦਾ ਗੱਡੀਆਂ ਦੇ ਨਾਲ। ਕਈ ਹੋਰ ਕਾਰਨ ਵੀ ਮੰਨੇ ਜਾਂਦੇ ਆ। ਸੋ ਪੰਜਾਬ ਨੂੰ ਜਿਹੜਾ ਉਹ ਵਾਰ-ਵਾਰ ਜ਼ਿੰਮੇਦਾਰ ਠਹਿਰਾਉਂਦੇ ਸੀ, ਉਸ ਉੱਪਰ ਤਾਂ ਸੁਪਰੀਮ ਕੋਰਟ ਨੇ ਲਗਾਮ ਲਗਾ ਦਿੱਤੀ ਹੈ। ਸੋ ਦਿੱਲੀ ਦਾ ਪ੍ਰਦੂਸ਼ਣ ਦਿਨੋਂ ਦਿਨ ਵੱਧਦਾ ਹੀ ਨਜ਼ਰ ਆ ਰਿਹਾ, ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਅਸਲ ਦੇ ਵਿੱਚ ਨਾ ਆਪਾਂ ਸੰਜੀਵ ਜੀ ਸੋਚਦੇ ਹਾਂ ਕਿ ਸ਼ਾਇਦ ਬਾਹਰ ਪੋਲਿਊਸ਼ਨ ਹੋ ਗਿਆ, ਅੰਦਰ ਏਸੀ ਲਾ ਕੇ ਬੈਠ ਜਾਓ, ਜਦ ਕਿ ਏਸੀ ਜਿਹੜਾ ਹੈ ਘੱਟੋ ਘੱਟ 26 ਡਿਗਰੀ ਤੱਕ ਹੀ ਚਲਾਉਣਾ ਚਾਹੀਦਾ, ਕਿਉਂਕਿ ਉਸ ਤੋਂ ਵੱਧ ਤੋਂ ਵੱਧ 20-21 ਤੱਕ ਕਰ ਲਓ ਜੇ ਤੁਹਾਨੂੰ ਜ਼ਿਆਦਾ ਹੀ ਗਰਮੀ ਲੱਗਦੀ ਹੈ। ਕਈ ਲੋਕ 16 ਤੇ ਚਲਾਉਂਦੇ ਨੇ, ਹੈ ਨਾ, ਮਾਈਨਸ ਮਤਲਬ ਕਿ ਆਪਣਾ ਟੈਂਪਰੇਚਰ ਠੰਡਾ ਕਰਨ ਦੇ ਲਈ। ਸੋ ਉਹ ਜਿੰਨਾ ਵੀ ਟੈਂਪਰੇਚਰ 16 ਤੱਕ ਕਰਨਗੇ, ਉਨਾ ਜ਼ਿਆਦਾ ਪੋਲਿਊਸ਼ਨ ਬਾਹਰ ਹੋਏਗਾ। ਬਹੁਤ ਘੱਟ ਲੋਕਾਂ ਨੂੰ ਇਹ ਗੱਲ ਪਤਾ ਹੈ ਕਿ ਹੁਣ ਆਪਾਂ ਕਈ ਵਾਰੀ ਏਸੀ ਜਿਹੜਾ ਉਹਦਾ ਪਾਣੀ ਵਗੀ ਜਾਂਦਾ, ਡੁੱਲੀ ਜਾਂਦਾ। ਹੁਣ ਆਪਾਂ ਆਮ ਤੌਰ ਤੇ ਉਸ ਪਾਣੀ ਜਿੱਥੋਂ ਵਗ ਰਿਹਾ ਉੱਥੇ ਬਕਟ ਰੱਖ ਦਈਏ, ਉਹ ਬੂਟਿਆਂ ਨੂੰ ਪਾਣੀ ਪਾ ਦਈਏ। ਕੁਝ ਚੀਜ਼ਾਂ ਸਾਨੂੰ ਖੁਦ ਵੀ ਕਰਨੀਆਂ ਚਾਹੀਦੀਆਂ। ਸਾਰੀਆਂ ਚੀਜ਼ਾਂ ਸਰਕਾਰ ਤੇ, ਪੁਲਿਸ ਤੇ, ਪ੍ਰਸ਼ਾਸਨ ਤੇ ਨਹੀਂ ਛੱਡਣੀਆਂ ਚਾਹੀਦੀਆਂ। ਹੁਣ ਉੱਥੇ ਪ੍ਰਸ਼ਾਸਨ ਬਕਟ ਰੱਖਣ ਥੋੜਾ ਹੈ, ਹਾਂ ਬਿਲਕੁਲ, ਅਸੀਂ ਆਪ ਰੱਖਣੀ ਹੈ। ਸਾਰੀਆਂ ਗੱਲਾਂ ਹੀ ਸਾਡੇ ਤੇ ਹੁੰਦੀਆਂ ਨੇ। ਕਹਿੰਦੇ ਕੋਈ ਵੀ ਕੰਮ ਕਰੋ ਤਾਂ ਇਸ ਤਰ੍ਹਾਂ ਕਰੋ ਕਿ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ। ਦੂਜੇ ਦੇ ਉੱਤੇ ਜ਼ਿੰਮੇਵਾਰੀ ਪਾਉਣਾ ਬਿਲਕੁਲ ਗਲਤ ਹੁੰਦਾ ਹੈ। ਸੋ ਇਹ ਤਾਂ ਹੈ ਇੱਕ ਸਿੱਧੀ ਸਾਦੀ ਗੱਲ। ਸੁਪਰੀਮ ਕੋਰਟ ਨੇ ਬਿਲਕੁਲ ਇਹ ਗੱਲ ਸਹੀ ਕਹੀ ਹੈ ਕਿ ਤੁਸੀਂ ਆਪ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨਹੀਂ। ਸਾਡੇ ਕੋਲ ਐਪਲੀਕੇਸ਼ਨਸ ਲੈ ਕੇ ਆ ਜਾਂਦੇ ਹੋ, ਇੰਨਾ ਕਾਗਜ਼ਾਂ ਦਾ ਥੱਬਾ ਸਾਡੇ ਕੋਲ ਇਕੱਠਾ ਹੋ ਜਾਂਦਾ ਹੈ। ਉਹ 'ਚੋਂ ਨਿਕਲਣਾ ਕੀ ਹੈ? ਨਿਕਲਣਾ ਇਹ ਹੈ ਕਿ ਤੁਸੀਂ ਆਪ ਆਪਣੀ ਜ਼ਿੰਮੇਵਾਰੀ ਨਿਭਾਓ। ਜੋ ਰਿਸਪੌਂਸੀਬਲ ਸਿਟੀਜ਼ਨ ਨੇ, ਕਿਉਂਕਿ ਸਿਟੀਜ਼ਨਸ਼ਿਪ ਐਕਟ ਇਹ ਕਹਿੰਦਾ ਹੈ ਕਿ ਤੁਸੀਂ ਦੇਸ਼ ਵਾਸਤੇ ਵੀ ਰਿਸਪੌਂਸੀਬਲ ਹੋ, ਆਪਣੇ ਪਰਿਵਾਰ ਵਾਸਤੇ ਵੀ ਰਿਸਪੌਂਸੀਬਲ ਹੋ, ਆਪਣੇ ਵਾਸਤੇ ਵੀ ਰਿਸਪੌਂਸੀਬਲ ਹੋ। ਜਿਹੜਾ ਬੰਦਾ ਆਪਣੇ ਵਾਸਤੇ ਰਿਸਪੌਂਸੀਬਲ ਹੈ, ਉਹੀ ਰਿਸਪੌਂਸੀਬਿਲਿਟੀ ਨੂੰ ਸਮਝ ਕੇ ਪਰਿਵਾਰ ਦੇ ਲਈ ਕੀ ਰਿਸਪੌਂਸੀਬਿਲਿਟੀ ਨਿਭਾਏਗਾ। ਜੋ ਪਰਿਵਾਰ ਦੀ ਰਿਸਪੌਂਸੀਬਿਲਿਟੀ ਨਿਭਾਉਂਦਾ, ਉਹਨੂੰ ਦੇਸ਼ ਦੀ, ਸਮਾਜ ਦੀ ਰਿਸਪੌਂਸੀਬਿਲਿਟੀ ਦਾ ਪਤਾ ਹੋਏਗਾ। ਸੋ ਜਦੋਂ ਮੁੱਢ ਹੀ ਗਲਤ ਹੈ ਤਾਂ ਐਵੇਂ ਰੌਲਾ ਪਾਈ ਜਾਣਾ, ਐਪਲੀਕੇਸ਼ਨਸ ਦੇਈ ਜਾਣਾ, ਤੂੰ ਮੇਰੇ ਖਿਲਾਫ ਬੋਲ, ਮੈਂ ਤੇਰੇ ਖਿਲਾਫ ਬੋਲਾਂ, ਉਹਦਾ ਕੋਈ ਨਤੀਜਾ ਨਹੀਂ ਨਿਕਲੇਗਾ। ਖੁਦ ਹੀ ਪੋਲਿਊਸ਼ਨ ਨੂੰ ਸੰਭਾਲਣਾ ਪਏਗਾ, ਬਲਕਿ ਖੁਦ ਹੀ ਸਮਾਜ ਨੂੰ ਸੰਭਾਲਣਾ ਪਏਗਾ। ਅਗਲੀ ਖਬਰ ਪੰਜਾਬ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਆਪਣਾ 72 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ ਤੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ, ਮੈਂ ਐਲਾਨਜੀਤ ਸਿੰਘ ਨਹੀਂ ਹਾਂ, ਮੈਂ ਕੰਮ ਵੀ ਕਰਦਾ।
60 ਐਲਾਨ ਕੀਤੇ ਨੇ। ਹਾਂ ਹੁਣ ਇਹ ਪਤਾ ਨਹੀਂ ਕਦੋਂ 60 ਐਲਾਨ 72 ਦਿਨਾਂ 'ਚ। ਯੈਸ, ਮਤਲਬ ਐਵਰੇਜ ਦੇਖਿਆ ਜਾਵੇ ਤਾਂ ਇੱਕ 12 ਘੱਟ ਰਹਿ ਗਏ ਨੇ, ਉਹ ਵੀ ਕਰ ਲੈਣੇ ਸੀ, ਇੱਕ ਦਿਨ ਦਾ ਇੱਕ ਬਣ ਜਾਂਦਾ। ਹੁਣ ਐਲਾਨ ਕਰਤੇ, ਠੀਕ ਹੈ, ਓਕੇ, ਬਹੁਤ ਵਧੀਆ ਗੱਲ ਹੈ। 72 ਦਿਨਾਂ ਦੇ ਰਿਪੋਰਟ ਕਾਰਡ 'ਚ ਕੀ ਕਹਿੰਦੇ ਨੇ? 72 ਦਿਨਾਂ ਦੇ ਰਿਪੋਰਟ ਕਾਰਡ 'ਚ ਕਹਿੰਦੇ ਨੇ ਕਿ ਮੈਂ ਜਿਹੜੇ ਅਹਿਮ ਫੈਸਲੇ ਲਿੱਤੇ ਨੇ, ਹੁਣ ਜਦੋਂ ਸਰਕਾਰ ਆਏਗੀ, ਕਿਉਂਕਿ ਹੁਣ ਤਾਂ ਟਾਈਮ ਨਹੀਂ ਹੈਗਾ। ਦੇਖਿਆ ਨੂੰ ਕਹਿੰਦੇ ਰਾਜਨੀਤਿਕ ਦਾ ਪੇਚ। ਯੈਸ, ਜਦੋਂ ਆਏਗੀ ਸਰਕਾਰ ਤਾਂ ਹੀ ਉਹਦੇ ਉੱਤੇ ਕੰਮ ਹੋਏਗਾ ਨਾ। ਹੁਣ ਜਨਤਾ ਨੂੰ ਇਹ ਦਿਖਾਇਆ ਗਿਆ ਕਿ ਆਹ ਕੰਮ ਮੈਂ ਕਰਨੇ ਨੇ, ਇਸ ਕਰਕੇ ਮੈਨੂੰ ਵੋਟ ਦਿਓ ਤਾਂ ਕਿ ਆਪਾਂ ਇਹ ਕੰਮ ਮਿਲ ਕੇ ਕਰੀਏ। ਹੁਣ ਜਨਤਾ ਦੀ ਮਰਜ਼ੀ ਹੈ ਨਾ ਕਿ ਵੋਟ ਦਵੇ ਨਾ ਦਵੇ। ਜੇ ਵੋਟ ਦਿੱਤੀ, ਇਹ ਆਏ ਪਾਵਰ 'ਚ, ਫਿਰ ਉਦੋਂ ਰਿਪੋਰਟ ਕਾਰਡ ਦਾ ਮਤਲਬ ਬਣੇ। ਰਿਪੋਰਟ ਕਾਰਡ ਦਾ ਤਾਂ ਪਤਾ ਨਹੀਂ, ਹੋਰਡਿੰਗ ਬੋਰਡ ਹੋਰ ਲੱਗ ਜਾਣੇ ਆ। ਹੋ ਸਕਦਾ ਇੰਨੇ ਹੀ ਨਹੀਂ ਸਾਡੇ ਤੋਂ ਝੱਲੇ ਜਾਂਦੇ, ਜੇ ਹੋਰ ਹੋਰਡਿੰਗ ਬੋਰਡ ਲੱਗ ਗਏ ਫਿਰ ਤਾਂ ਕੰਮ ਖਰਾਬ ਹੋ ਜਾਣਾ। ਬਿਲਕੁਲ, ਉਮੀਦ ਤਾਂ ਇਹ ਕੀਤੀ ਜਾਏਗੀ ਕਿ ਨਾਲ ਪਬਲਿਸਿਟੀ ਵੀ ਚੱਲਣੀ ਚਾਹੀਦੀ ਹੈ ਨਾ, ਲੋਕਾਂ ਨੂੰ ਪਤਾ ਲੱਗੇ ਕਿ ਚੰਨੀ ਸਾਹਿਬ ਕੀ ਕਰਦੇ ਪਏ ਨੇ। ਸੋ ਕੁੱਲ ਮਿਲਾ ਕੇ ਗੱਲ ਇਹ ਹੈ, ਸਮਾਂ ਰਿਹਾ ਨਹੀਂ ਹੈਗਾ, ਇਹ ਇਲੈਕਸ਼ਨਸ ਵਾਸਤੇ ਐਲਾਨ ਨੇ, ਔਰ ਇਲੈਕਸ਼ਨ 'ਚ ਜਿੱਤ ਕੇ ਆਉਣਗੇ, ਫਿਰ ਉਹਦੇ ਉੱਤੇ ਕੰਮ ਹੋਏਗਾ ਤਾਂ ਜਾ ਕੇ ਕੋਈ ਰਿਜ਼ਲਟ ਆਉਣਗੇ। ਫਿਲਹਾਲ ਠੀਕ ਹੈ, ਗੱਲਾਂ ਕਰੋ, ਬਹੁਤ ਵਧੀਆ ਹੈ। ਜਦੋਂ ਤੱਕ ਚੋਣ ਜਾਬਤਾ ਨਹੀਂ ਲੱਗਦਾ, ਕੌਣ ਰੋਕਦਾ ਪਿਆ ਗੱਲਾਂ ਕਰਨ ਨੂੰ? ਹੋਰ ਐਲਾਨ ਕਰੋ। ਬਿਲਕੁਲ, ਚੋਣ ਜਾਬਤਾ ਲੱਗੇ ਤੇ ਪਤਾ ਲੱਗਣਾ ਹੈ ਸਾਰਾ ਕੁਝ, ਪਰ ਫਿਲਹਾਲ ਆਪਣੀ ਹੁਣ ਗੱਲਬਾਤ ਇੱਥੇ ਖਤਮ ਹੁੰਦੀ ਹੈ। ਪਰ ਇੱਕ ਗੱਲ ਜ਼ਰੂਰ ਕਰਾਂਗੇ ਆਪਾਂ, ਕਿਸਾਨ ਮੋਰਚਾ ਹੁਣ ਪੋਜ਼ਿਟਿਵ ਲਾਈਨ ਤੇ ਜਾ ਰਿਹਾ ਹੈ। ਅੱਗੇ ਵੀ ਸਕਾਰਾਤਮਕ ਸੀ, ਹੁਣ ਵੀ ਸਕਾਰਾਤਮਕ ਹੈ। ਹੁਣ ਕਿਉਂਕਿ ਤਿੰਨੋਂ ਖੇਤੀ ਕਾਨੂੰਨ ਵਾਪਿਸ ਹੋਣ ਜਾ ਰਹੇ ਨੇ, ਬਿਲਕੁਲ ਪ੍ਰੋਸੀਜਰ ਚੱਲ ਰਿਹਾ ਹੈ। ਹੁਣ ਅੱਗੇ ਖੇਤੀਬਾੜੀ ਵਾਸਤੇ ਕੀ ਕਰਨਾ ਹੈ, ਉਹ ਕਿਸਾਨ ਬਿਲਕੁਲ ਡਟੇ ਹੋਏ ਨੇ। ਜੀ ਬਿਲਕੁਲ, ਤੇ ਅਸੀਂ ਵੀ ਡਟੇ ਰਹਿੰਦੇ ਹਾਂ, ਆਪਣੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਉਂਦੀ ਹੈ। ਸਾਡਾ YouTube ਚੈਨਲ ਹੈ ਪੰਜਾਬ ਮੇਲ USA TV, ਉਸ ਦੇ ਉੱਤੇ ਵੀ ਤੁਸੀਂ ਸਬਸਕ੍ਰਿਪਸ਼ਨ ਜਿਹੜੀ ਹੈ ਕਰ ਸਕਦੇ ਹੋ ਸਾਡੇ ਨਾਲ, ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਆਈਕਨ ਦਬਾ ਸਕਦੇ ਹੋ। ਪਰ ਫਿਲਹਾਲ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਬਸ ਅੱਜ ਦੇ ਲਈ ਇੰਨਾ ਹੀ। ਮੈਨੂੰ ਵਰੁਣ ਕੌਰ ਮਾਨ ਨੂੰ, ਮੈਨੂੰ ਸੰਜੀਵ ਯਸ਼ਕੰਦਰ ਨੂੰ ਦੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।